ਸੂਰਠ ਮਹਿਲਾ ਤੀਜਾ। ਘਰ ਪਹਿਲਾ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਸੇਵਕ ਸੇਵ ਕਰਹਿ ਸਭ ਤੇਰੀ। ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ। ਜਿਨ ਵਿਚਹੁ ਆਪ ਗਵਾਇਆ। ਸੇਵਕ ਸੇਵ ਕਰਹਿ ਸਭ ਤੇਰੀ। ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ। ਜਿਨ ਵਿਚਹੁ ਆਪ ਗਵਾਇਆ। ਅਨ ਦਿਨ ਗੁਣ ਗਾਵਹਿ ਨਿਤ ਸਾਚੇ। ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਹਾਰੀ। ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ। ਸ਼ਬਦੇ ਹਉ ਮੈਂ ਮਾਰੀ। ਗਿਰਹੀ ਮਹਿ ਸਦਾ ਹਰ ਜਨ ਉਦਾਸੀ। ਗਿਆਨ ਤਤ ਵਿਚਾਰੀ। ਸਤਿਗੁਰ ਸੇਵ ਸਦਾ ਸੁਖ ਪਾਇਆ। ਹਰ ਰਾਖਿਆ ਉਰ ਧਾਰੀ। ਇਹ ਮਨੁਆ ਦਹਿ ਦਿਸ ਧਾਵੰਦਾ। ਦੂਜੈ ਭਾਏ ਖੁਆਇਆ। ਮਨ ਮੁਰਖ ਮੁਗਧ ਹਰ ਨਾਮ ਨ ਚੇਤੈ। ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾ ਨਾਉ ਪਾਏ। ਹਉ ਮੈਂ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵਹਿ। ਗੁਰ ਕੈ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰਭ ਸਾਚੈ। ਸਾਚ ਰਖਿਆ ਉਰ ਧਾਰੀ। ਨਾਨਕ ਨਾਵਹੁ ਗਤ ਮਤ ਪਾਈ। ਏਹਾ ਰਾਸ ਹਮਾਰੀ। ਆਪੇ ਮੇਲ ਲਏ ਪ੍ਰਭ ਸਾਚੈ। ਸਾਚ ਰਖਿਆ ਉਰ ਧਾਰੀ। ਨਾਨਕ ਨਾਵਹੁ ਗਤ ਮਤ ਪਾਈ। ਏਹਾ ਰਾਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ। ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ। ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ
ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ 'ਚ ਬਤੀਤ ਕਰਾਇਆ ਹੈ। ਇਸ ਸਮੇਂ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਤੇ ਤਰਾਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਸ਼ਬਦ ਸ਼੍ਰੀ ਮੁਖਵਾਕ ਦੇ ਰੂਪ 'ਚ ਜਾਣਿਆ ਜਾਂਦਾ ਹੈ, ਕਿਉਂਕਿ ਜੋ ਦਿਨ ਦਾ ਪਹਿਲਾ ਸ਼ਬਦ ਪ੍ਰਕਾਸ਼ ਦੇ ਸਮੇਂ ਪ੍ਰਾਪਤ ਹੁੰਦਾ ਹੈ। ਸਾਡੇ ਵਡੇਰਿਆਂ ਦੇ ਵੇਲਿਆਂ ਤੋਂ ਸਦਾ ਹੀ ਉਸ ਨੂੰ ਸ਼੍ਰੀ ਮੁਖਵਾਕ ਕਿਹਾ ਜਾਂਦਾ ਹੈ। ਤੋਂ ਦਾ ਮਤਲਬ ਹੈ ਅੱਜ ਮਹਾਰਾਜ ਨੇ ਸਾਡੇ ਵਾਸਤੇ ਆ ਅੰਮ੍ਰਿਤ ਬਚਨ ਬਖਸ਼ਿਸ਼ ਕਰਕੇ ਦਿੱਤਾ ਹੈ। ਅਤੇ ਅੱਜ ਮਹਾਰਾਜ ਨੇ ਫਿਰ ਕਿਹਾ ਨਾ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸ਼ਨ ਜਗਦੀਸ਼ਰ ਹੈ। ਪ੍ਰਭੂ ਜੀ ਅਗਨਾਸ਼ਨ ਹਨ, ਗੁਨਾਹਾਂ ਨੂੰ, ਪਾਪਾਂ ਨੂੰ, ਗਲਤੀਆਂ ਨੂੰ ਮਿਟਾ ਦਿੰਦੇ ਨੇ। ਅਸੀਂ ਤੁਸੀਂ ਆਪਣੀਆਂ ਅਤੇ ਇੱਕ ਦੂਜੇ ਦੀਆਂ ਗਲਤੀਆਂ ਛੁਪਾ ਲੈਂਦੇ ਹਾਂ, ਪ੍ਰਭੂ ਜੀ ਮਿਟਾ ਦਿੰਦੇ ਨੇ। ਇਸੇ ਕਰਕੇ ਤੇ ਪ੍ਰਭੂ ਦੇ ਪਿਆਰੇ ਦਾ ਜਪ ਕਰਦੇ ਨੇ, ਕਿਉਂਕਿ ਗਲਤੀਆਂ ਭੁੱਲਾਂ ਮਿਟਾ ਦਿੰਦੇ ਨੇ। ਅਤੇ ਗਲਤੀਆਂ ਭੁੱਲਾਂ ਮਿਟ ਜਾਂਦੀਆਂ ਨੇ ਅਤੇ ਚਿੱਤ ਮੰਡਲ ਸ਼ੁੱਧ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ, ਕਿਉਂਕਿ ਉਹਦਾ ਨਿਜ ਸਰੂਪ ਜੋ ਹੈ ਆਦਿ ਪੂਰਨ ਹੈ, ਮੱਧ ਪੂਰਨ ਹੈ ਅਤੇ ਨਤੀਜੇ ਨਾਲ ਅੰਤ ਵੀ ਪੂਰਨ ਹੈ। ਆਦਿ ਸੱਚ ਹੈ, ਜੁਗਾਦ ਸੱਚ ਹੈ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ 'ਚ ਵੀ ਸੱਚ ਹੋਣਾ ਹੈ। ਅਸੀਂ ਸਤਿਕਾਰ ਨਾਲ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹਨਾਂ ਹੀ ਗੱਲਾਂ ਨੂੰ ਆਪਾਂ ਹੋਰ ਗਹਿਰੇ ਵਾਚਣਾ ਹੈ ਵੀ ਉਹ ਆਦਿ ਸੱਚ ਜਿਹੜਾ ਹੈ, ਜੋ ਆਦਿ ਪੂਰਨ ਜਿਹੜਾ ਹੈ, ਉਸ 'ਤੇ ਤੱਕ ਅਸਾਂ ਨੇ ਪਹੁੰਚ ਬਣਾਉਣੀ ਤਾਂ ਕਿ ਅਸੀਂ ਵੀ ਪੂਰਨਤਾ ਨੂੰ ਹਾਸਲ ਕਰਨਾ ਹੈ। ਮੰਨਿਆ ਜਾਂਦਾ ਹੈ ਕਿ ਜੋ ਸਾਨੂੰ ਜੀਵਨ ਪ੍ਰਾਪਤ ਹੋਇਆ ਇਹਦਾ ਮਕਸਦ ਕੀ ਹੈ? ਪੂਰਨਤਾ। ਇਹਨੂੰ ਕੋਈ ਮੁਕਤੀ ਕਹਿ ਦਿੰਦਾ ਹੋਵੇ, ਕੋਈ ਹੋਰ ਸ਼ਬਦ ਵਰਤ ਲੈਂਦਾ ਹੋਵੇ, ਅਸਾਂ ਦਾ ਇੱਕ ਭਾਵਨਾਤਮਕ ਸ਼ਬਦ ਹੈ, ਸਾਹਿਬ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਸਾਡੇ ਕਾਮ ਅਰਦਾਸ ਦਾ ਸ਼ਬਦ ਹੈ ਨਾ ਕਿ ਗੁਰੂ ਚਰਨਾਂ 'ਚ ਨਿਵਾਸ ਹੋਵੇ। ਦਰਅਸਲ ਜੀਵਨ ਦੇ ਬੰਧਨਾਂ ਤੋਂ, ਮਾਇਆ ਦੇ ਬੰਧਨਾਂ ਤੋਂ ਅਤੇ ਜਨਮ ਮਰਨ ਤੋਂ ਮੁਕਤ ਹੋਏਗਾ ਤਦ ਹੀ ਤੇ ਗੁਰੂ ਚਰਨਾਂ 'ਚ ਨਿਵਾਸ ਪਾਏਗਾ। ਬੱਝਾ ਹੋਇਆ ਵਿਅਕਤੀ ਕਿੱਥੇ ਨਿਵਾਸ ਪਾਉਂਦਾ ਹੈ? ਉਹ ਵੀ ਗੁਰੂ ਚਰਨਾਂ 'ਚ ਨਹੀਂ। ਹਾਂ, ਇਹ ਸੱਚ ਹੈ ਕਿ ਬੰਧਨ ਗੁਰੂਦੇਵ ਦੀ ਕਿਰਪਾ ਨਾਲ ਟੁੱਟਦੇ ਨੇ, ਪਰ ਬੰਧਨ ਟੁੱਟਣਗੇ ਤਾਂ ਹੀ ਤੇ ਕਿਤੇ ਪਹੁੰਚੇਗਾ ਨਾ। ਔਰ ਇਹੀ ਗੱਲਾਂ ਸਮਝਣੀਆਂ ਨੇ। ਅੱਗੇ ਜਾ ਕੇ ਬੜਾ ਪਿਆਰਾ ਜਿਹਾ ਸ਼ਬਦ ਵਿਚਾਰ ਹੈ, ਨਾਨਕ ਨਾਵਹੁ ਗਤ ਮਤ ਪਾਈ, ਇਹ ਹਰ ਆਸ ਹਮਾਰੀ। ਸਾਡੀ ਪੂੰਜੀ ਤਾਕਤ ਕੀ ਹੈ? ਨਾਮ ਦੀ ਤਾਕਤ। ਬਸ ਇਹੀ ਸਮਝਣ ਦੀ ਜ਼ਰੂਰਤ ਹੈ। ਦੁਨੀਆ ਦੀ ਤਾਕਤ ਜਿਹੜੀ ਹੈ ਉਹ ਧਨ ਦੀ ਤਾਕਤ ਹੈ। ਇੱਥੇ ਬੈਠ ਕੇ ਜਿਸ ਮੰਦਰ ਦੀ, ਜਿਸ ਯਾਤਰਾ ਦੀ ਆਪਾਂ ਗੱਲ ਕਰਦੇ ਹਾਂ, ਉਹਦੀ ਤਾਕਤ ਨਾਮ ਦੀ ਤਾਕਤ ਹੈ। ਦੁਨੀਆ ਦੇ ਵਿੱਚ ਧਨ ਦੀ ਤਾਕਤ ਦੇ ਨਾਲ ਵਿਅਕਤੀ ਗਤੀਮਾਨ ਹੁੰਦਾ ਹੈ, ਤਰੱਕੀ ਕਰਨ 'ਚ ਕੋਈ ਦੋ ਰਾਏ ਨਹੀਂ। ਜਿੰਨੀਆਂ ਦੁਨੀਆ ਦਾ ਧਨ ਜ਼ਿਆਦਾ ਮਨੁੱਖ ਦੇ ਕੋਲ, ਉਤਨੀ ਉਹਦੀ ਤਰੱਕੀ ਦੁਨੀਆ 'ਚ ਜ਼ਿਆਦਾ ਹੈ। ਕਿਉਂਕਿ ਇੱਥੇ ਬੈਠ ਕੇ ਅਸੀਂ ਦੁਨੀਆ ਦੀ ਵਿਆਖਿਆ ਤਾਂ ਕਰਨੀ ਨਹੀਂ, ਅਤੇ ਸੱਚ ਸਾਨੂੰ ਸਭ ਨੂੰ ਪਤਾ ਹੈ ਭਾਈ ਉੱਥੇ ਧਨ ਹੀ ਚੱਲਦਾ। ਪਰ ਇੱਥੇ ਬੈਠ ਕੇ ਜਿਸ ਜੀਵਨ ਪੱਧਰ ਦੀ ਆਪਾਂ ਗੱਲ ਕਰਦੇ ਹਾਂ, ਇੱਥੇ ਧਨ ਦਾ ਕੋਈ ਮਾਇਨੇ ਨਹੀਂ ਜੀ। ਕਿਉਂਕਿ ਜਦੋਂ ਵਿਅਕਤੀ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੁੰਦਾ ਹੈ, ਜਿੰਨਾ ਮਰਜ਼ੀ ਧਨ ਹੋਵੇ ਉਸ ਨੂੰ ਬਦਲ ਨਹੀਂ ਪਾ ਰਿਹਾ, ਉਹ ਫਿਰ ਅਲਟੀਮੇਟ ਇੱਥੇ ਆਉਂਦਾ, ਸੱਚੇ ਪਾਤਸ਼ਾਹ ਕਿਰਪਾ ਕਰੋ ਬੜਾ ਦੁਖੀ ਹਾਂ। ਇਹਦਾ ਮਤਲਬ ਉੱਥੇ ਕੁਛ ਹੋਰ ਚੱਲਦਾ। ਉਹ ਚੱਲਦਾ ਹੈ ਨਾਨਕ ਨਾਵਹੁ, ਨਾਮ ਤੋਂ ਜੋ ਮਿਲਦਾ ਹੈ, ਅਤੇ ਨਾਮ ਹੀ ਮਿਲਦਾ, ਨਾਮ ਤੋਂ ਨਾਮ ਹੀ ਮਿਲਦਾ। ਜਿਵੇਂ ਸੀ ਕਿ ਨਾ ਧਨ ਹੀ ਧਨ ਨੂੰ ਕਮਾਉਂਦਾ, ਅਤੇ ਚੇਤਾ ਰੱਖਣਾ ਨਾਮ ਹੀ ਨਾਮ ਨੂੰ ਕਮਾਉਂਦਾ ਹੈ।
ਇੱਕ ਵਾਰ ਸਾਨੂੰ ਨਾਮ ਪ੍ਰਾਪਤ ਹੁੰਦਾ ਹੈ, ਨਾਮ ਜਪਦੇ ਨਾਮ ਹੀ ਨਾਮ ਨੂੰ ਕਮਾਈ ਜਾਂਦਾ ਹੈ। ਔਰ ਇਹ ਕੁਦਰਤ ਦਾ ਅਟਲ ਨਿਯਮ ਹੈ। ਜਿਹੜੀ ਚੀਜ਼ ਸਾਡੇ ਕੋਲ ਹੋਵੇ, ਜਿਸ ਚੀਜ਼ ਬਿਹਤਰ ਕਮਾਈ ਹੋਣ ਲੱਗ ਪਏ, ਤੇ ਉਹੀ ਚੀਜ਼ ਦੀ ਕਮਾਈ ਹੋਏਗੀ, ਉਹੀ ਚੀਜ਼ ਵਾਧਾ ਹੋਏਗਾ, ਔਰ ਉਸੇ ਵਾਧੇ 'ਚੋਂ ਬਾਕੀ ਸਭ ਕੁਝ ਮਿਲਦਾ ਜਾਏਗਾ। ਔਰ ਇਹੀ ਅਸੀਂ ਮੰਨਣਾ ਹੈ ਤਾਂ ਕਿ ਸਾਡੀ ਗਤ ਹੋ ਸਕੇ, ਮਤ ਹੋ ਸਕੇ। ਗਤ ਦਾ ਮਤਲਬ ਹੁੰਦਾ, ਅਸੀਂ ਸਮਝਦੇ ਹਾਂ ਕਿ ਸ਼ਾਇਦ ਗਤ ਜਿਹੜੀ ਆ ਕੋਈ ਬਹੁਤ ਉੱਚਾ ਸਥਾਨ ਹੈ, ਪਰ ਗਤੀ ਦਾ ਮਤਲਬ ਹੁੰਦਾ ਰਫਤਾਰ। ਉੱਚੇ ਥਾਂ 'ਤੇ ਜਾਣ ਵਾਸਤੇ ਰਫਤਾਰ ਚਾਹੀਦੀ ਹੈ, ਸਪੀਡ ਚਾਹੀਦੀ ਹੈ, ਤਾਕਤ ਚਾਹੀਦੀ, ਚਲਾਈਮਾਨ ਹੋਣਾ ਚਾਹੀਦਾ ਹੈ। ਸਾਨੂੰ ਉਹ ਚਾਹੀਦਾ ਹੈ। ਕਿਹਨਾਂ ਨੂੰ ਮਿਲੇਗਾ, ਕਿਸ ਤਰ੍ਹਾਂ ਮਿਲੇਗਾ? ਤਮਾਮ ਸਵਾਲ ਪੈਦਾ ਹੋਣਗੇ, ਔਰ ਉਹਨਾਂ ਸਾਰੇ ਸਵਾਲਾਂ ਦਾ ਬਿਹਤਰੀਨ ਅਤੇ ਵਿਆਖਿਆਤਮਕ ਜਵਾਬ ਪਾਵਨ ਸ਼ਬਦ ਵਿਚਾਰ 'ਚ ਹੈ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਅੱਜ ਇੱਥੋਂ ਰਾਗ ਸੋਰਠ ਵਿੱਚ ਮਹੱਲੇ ਤੀਸਰੇ ਦੇ ਭਾਵ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕੇ ਪਾਵਨ ਬਚਨ ਆਰੰਭ ਹੁੰਦੇ ਨੇ। ਹੁਣ ਤੱਕ ਅਸੀਂ ਬਚਨ ਵਾਚ ਰਹੇ ਸਾਂ ਗੁਰੂ ਨਾਨਕ ਸਾਹਿਬ ਜੀ ਕੀ ਮਹੱਲੇ ਪਹਿਲੇ ਕੀ ਬਚਨ। ਮਹੱਲੇ ਪਹਿਲੇ ਕੀ ਬਚਨਾਂ ਦੇ ਵਿੱਚ ਬਹੁਤ ਗੰਭੀਰ ਵਿਚਾਰ ਹੁੰਦੇ ਨੇ। ਵਿਦਵਾਨ ਮੰਨਦੇ ਨੇ ਮਹੱਲੇ ਪਹਿਲੇ ਕੀ ਬਚਨਾਂ ਦੇ ਵਿੱਚ ਸੰਕੋਚ ਹੈ, ਅਤੇ ਕਿਤੇ ਕਿਤੇ ਤੇ ਕਹਿਰਾਂ ਦਾ ਸੰਕੋਚ ਹੈ, ਬਹੁਤ ਗਹਿਰਾ। ਇੱਕ ਇੱਕ ਤੁਕ ਦੇ ਵਿੱਚ ਚਾਰ ਗੱਲਾਂ, ਪੰਜ ਗੱਲਾਂ। ਹਾਲਾਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਪਕੜਨ ਦੀ, ਲੱਭਣ ਦੀ, ਲੇਕਿਨ ਫਿਰ ਵੀ ਲੱਗਦਾ ਹੈ ਵੀ ਨਹੀਂ, ਅਜੇ ਤਾਂ ਬਹੁਤ ਕੁਝ ਦੂਰ ਰਹਿ ਗਏ ਸੀ। ਤੀਸਰੇ ਮਹੱਲੇ ਦੇ ਬਚਨਾਂ 'ਚ ਥੋੜ੍ਹਾ ਜਿਹਾ ਖੁਲਾਸਾ ਹੈ, ਵਿਸਤਾਰ ਹੈ, ਔਰ ਅੱਗੇ ਜਿਉਂ ਜਾਈ ਜਾਵਾਂਗੇ ਵਿਸਤਾਰ ਵਧੀ ਜਾਏਗਾ। ਮਹੱਲੇ ਚੌਥੇ 'ਚ ਇੱਕ ਬੈਰਾਗ, ਇੱਕ ਪ੍ਰੇਮ ਹੈ, ਅਤੇ ਮਹੱਲੇ ਪੰਜਵੇਂ 'ਚ ਫਿਰ ਵਿਆਖਿਆਵਾਂ ਨੇ ਖੁੱਲ੍ਹੀਆਂ, ਕਿਉਂਕਿ ਬਹੁਤ ਬਾਣੀ ਮਹੱਲੇ ਪੰਜਵੇਂ ਦੀ ਸਭ ਤੋਂ ਜ਼ਿਆਦਾ ਬਾਣੀ ਹੈ। ਤੀਸਰੇ ਪਾਤਸ਼ਾਹ ਸਾਹਿਬ ਜੀ ਨੇ ਬਹੁਤਾ ਜ਼ੋਰ ਸੇਵਾ 'ਤੇ, ਸੇਵਕ 'ਤੇ, ਇਹਨਾਂ ਚੀਜ਼ਾਂ 'ਤੇ ਕੀਤਾ ਹੈ। ਇੱਕ ਓਂਕਾਰ ਸਤ ਗੁਰਪ੍ਰਸਾਦ, ਇਹ ਮੂਲ ਜਿਹੜਾ ਸਾਨੂੰ ਪ੍ਰਾਪਤ ਹੋਇਆ, ਮੂਲ ਮੰਤਰ ਦਾ ਸਭ ਤੋਂ ਛੋਟਾ ਸਰੂਪ ਹੈ। ਕਈ ਸਰੂਪ ਮਹਾਰਾਜ ਜੀ ਨੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੇ ਨੇ। ਇੱਕ ਓਂਕਾਰ ਸਤਿਨਾਮ ਗੁਰਪ੍ਰਸਾਦ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ। ਅਤੇ ਇੱਥੇ ਬਹੁਤਾ ਸਭ ਤੋਂ 500 ਤੋਂ ਵੱਧ ਵਾਰ, ਲਗਭਗ 550 ਵਾਰ ਤੋਂ ਵੱਧ ਇੱਕ ਓਂਕਾਰ ਸਤ ਗੁਰਪ੍ਰਸਾਦ ਅਸੀਂ ਚਲੰਤ ਪੜ੍ਹਦੇ ਹੁੰਦੇ ਹਾਂ। ਇੱਕ ਓਂਕਾਰ ਸਤ ਗੁਰਪ੍ਰਸਾਦ, ਇੱਕ ਓਂਕਾਰ ਹੀ ਸਤ ਹੈ, ਅਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਉਹ ਇੱਕ ਓਂਕਾਰ ਜੋ ਸਤ ਹੈ, ਉਹੀ ਨਾਮ ਦੀ ਤਾਕਤ ਹੈ, ਨਾਮ ਦੀ ਕਲਾ ਹੈ। ਸਤ ਹੀ ਕਲਾ ਹੈ, ਸਤ ਹੀ ਤਾਕਤ ਹੈ। ਅੱਜ ਕੱਲ੍ਹ ਕੇ ਸੇਵਕ ਕਰੈ ਸਭ ਤੇਰੀ। ਇਹ ਸੱਚੇ ਪਾਤਸ਼ਾਹ ਸਾਹਿਬ ਜੀ, ਉਹ ਸੇਵਕ ਤੁਹਾਡੀ ਸੇਵਾ ਕਰਦੇ ਨੇ। ਸੇਵਾ ਤਾਂ ਅਸੀਂ ਵੀ ਕਰਦੇ ਹਾਂ, ਪਰ ਕੀ ਅਸੀਂ ਉਸ ਪੱਧਰ 'ਤੇ ਪਹੁੰਚ ਪਾਏ? ਇੱਕ ਇਹਨਾਂ ਨੂੰ ਵੇਖੀ ਜਾਏ, ਬੜੇ ਆਨੰਦ ਨਾਲ ਸੇਵਾ ਕਰੀ ਜਾਂਦੇ ਨੇ। ਦੁਨੀਆ ਦੇ ਲੋਕ ਕੀ ਕਹਿੰਦੇ ਨੇ, ਉਹਨਾਂ ਨੂੰ ਵੇਖ ਕੇ ਦੁਨੀਆ ਦੇ ਲੋਕ ਕਿਹੋ ਜਿਹੀ ਟਿੱਪਣੀ ਕਰਦੇ ਨੇ, ਕਿਸ ਪ੍ਰਕਾਰ ਦੇ ਬੋਲ ਬੋਲਦੇ ਨੇ, ਕੋਈ ਪਰਵਾਹ ਹੀ ਨਹੀਂ ਹੈ। ਔਰ ਇਹਦਾ ਸਭ ਤੋਂ ਵੱਡਾ ਸਰੂਪ ਅਮਰਦਾਸ ਮਹਾਰਾਜ ਜੀ ਆਪ ਨੇ। 12 ਸਾਲ ਇਸ ਧਰਤੀ ਸੇਵਾਵਾਂ ਕੀਤੀਆਂ ਨੇ, ਲੋਕਾਂ ਨੂੰ ਕੀ ਕੁਝ ਨਹੀਂ ਕਿਹਾ, ਉਹ ਅਸੀਂ ਗਾਥਾਵਾਂ 'ਚੋਂ, ਸਾਖੀਆਂ 'ਚੋਂ ਕਈ ਵਾਰ ਪੜ੍ਹਿਆ ਸੁਣਿਆ। ਬੜੇ ਸ਼ਬਦ ਤਾਨੇ ਮਿਹਣੇ ਲੋਕਾਂ ਨੇ ਮਾਰੇ, ਪਰ ਕੀ ਉਹਨਾਂ ਦੀ ਸੇਵਾ 'ਤੇ ਕੋਈ ਫਰਕ ਪਿਆ? ਬਸ ਇਹ ਸਾਡੇ ਵਾਸਤੇ ਆਦਰਸ਼ ਹੈ। ਹੁਣ ਪੁੱਛਿਆ, ਇਹ ਸੇਵਾ ਕਿੱਦਾਂ ਕਰਦੇ ਹੋ? ਜੇ ਸੇਵਕ ਤੋਂ ਪੁੱਛੀਏ ਵੀ ਇੰਨੀ ਸੇਵਾ ਕਿੱਦਾਂ ਕਰ ਲੈਂਦੇ ਹੋ, ਸ਼ਾਇਦ ਉਹ ਜਵਾਬ ਦੇਵੇਗਾ ਕਿ ਨਹੀਂ ਦੇ ਪਾਏਗਾ, ਕਿਉਂਕਿ ਉਹ ਤਾਂ ਆਪਣੀ ਸੇਵਾ 'ਚ ਮਗਨ ਹੋਵੇਗਾ। ਅਤੇ ਗੁਰੂ ਮਹਾਰਾਜ ਆਪ ਦੱਸਦੇ ਨੇ, ਕਿਉਂਕਿ ਆਪ ਉਸ ਦੌਰ 'ਚੋਂ ਲੰਘੇ ਨੇ, ਤਜਰਬੇ ਨੇ, ਕਹਿਣ ਲੱਗੇ ਇਹ ਸੇਵਾ ਉਹੀ ਕਰ ਪਾਉਂਦਾ ਜਿਨ ਸ਼ਬਦ ਹੈ ਸਾਧ ਆਇਆ, ਜਿਨ੍ਹਾਂ ਨੂੰ ਗੁਰੂ ਕੇ ਸ਼ਬਦ ਦਾ ਸਵਾਦ ਆ ਗਿਆ। ਗੁਰੂ ਕੇ ਸ਼ਬਦ ਦਾ ਸਵਾਦ ਦਾ ਮਤਲਬ ਹੈ ਰਸ ਆ ਗਿਆ। ਜਿਨ੍ਹਾਂ ਨੇ ਜਦੋਂ ਗੁਰੂ ਕਾ ਸ਼ਬਦ ਸੁਣਿਆ ਅਤੇ ਉਹਦੇ ਵਿੱਚੋਂ ਉਹਨਾਂ ਨੂੰ ਕੁਛ ਪ੍ਰਾਪਤ ਹੋਇਆ, ਉਸ ਨੂੰ ਬਾਰ-ਬਾਰ ਸੁਣਿਆ, ਬਾਰ-ਬਾਰ ਪੜ੍ਹਿਆ, ਉਹਦਾ ਰਸ ਬਣ ਲੱਗ ਪਏ। ਅਸੀਂ ਕਦੇ ਕਦੇ ਆਪਣੇ ਵਡੇਰਿਆਂ ਵੱਲ ਵੇਖਦੇ ਹਾਂ, ਸੁਣਦੇ ਵੀ ਹਾਂ ਵੱਡਿਆਂ ਤੋਂ, ਵੀ ਬਾਣੀ 'ਚ ਮਿਠਾਸ ਹੈ,
ਆਪਾਂ ਸੁਣਦੇ ਵੱਡਿਆਂ ਤੋਂ, ਬਾਣੀ 'ਚ ਮਿਠਾਸ ਹੈ, ਗੁਰ ਸ਼ਬਦ ਮਿੱਠਾ ਹੈ। ਹਰ ਬਿਨ ਕਛੂ ਨਾ ਲਾਗ ਗਈ ਭਗਤਨ ਕੋ ਮੀਠਾ। ਸੁਣਿਆ ਹੈ ਪਰ ਅਜੇ ਸਾਨੂੰ ਨਹੀਂ ਪਤਾ ਲੱਗਾ। ਸਾਡੇ 'ਚ ਬਹੁਤੇ ਜੀਵਨ ਦੇ 'ਚ ਰਸ ਨਹੀਂ ਆਇਆ। ਨਤੀਜਨ ਅਸੀਂ ਸੇਵਾ ਕਰਦੇ ਹਾਂ, ਸੇਵਾ ਦੇ ਨਾਤੇ ਕੋਈ ਕਰਮ ਕਰਦੇ ਹਾਂ, ਕੋਈ ਕਿਰਤ ਕਰਦੇ ਹਾਂ, ਕੋਈ ਵਿਹਾਰ ਕਰਦੇ ਹਾਂ, ਪਰ ਉਹ ਕਰਦਿਆਂ ਹੋਇਆਂ ਵੀ ਧਿਆਨ ਇਸ ਪਾਸੇ ਹੁੰਦਾ ਵੀ ਕਦੋਂ ਕੰਮ ਮੁੱਕੇ। ਬਸ ਇੱਕ ਪੱਖ ਸਾਡਾ ਹੈ ਵੀ ਕਰਦੇ ਹਾਂ, ਪ੍ਰੇਮ ਨਾਲ ਵੀ ਕਰਦੇ ਹੋਵਾਂਗੇ, ਸ਼ਰਧਾ ਵੀ ਹੋਏਗੀ, ਲੇਕਿਨ ਗਾਹੇ ਬਗਾਹੇ ਫਿਰ ਧਿਆਨ ਚੱਲਦਾ ਮੁੱਕੇਗਾ ਕਦੋਂ ਇਹ ਕੰਮ? ਇਹ ਕੰਮ ਕਦੋਂ ਮੁੱਕੇਗਾ? ਕਦੇ ਘੜੀ ਵੱਲ ਅਤੇ ਕਦੇ ਉਸ ਦਾਇਰੇ ਵੱਲ ਧਿਆਨ ਚਲਾ ਜਾਂਦਾ ਹੈ ਵੀ ਕੰਮ ਕਦੋਂ ਮੁੱਕੇਗਾ। ਹੁਣ ਕਿਉਂਕਿ ਸਾਨੂੰ ਉਸ ਦਾਤੇ ਦੇ ਸ਼ਬਦ 'ਚੋਂ ਰਸ ਨਹੀਂ ਆਇਆ, ਅਸੀਂ ਬੇਰਸੀ ਜਿਹੀ ਵਿੱਚ ਟਿਕੇ ਪਏ ਹਾਂ। ਅਤੇ ਜਿਨ੍ਹਾਂ ਨੂੰ ਉਸ ਸ਼ਬਦ ਵਿੱਚ ਰਸ ਆ ਜਾਂਦਾ ਹੈ ਉਹ ਕਿਰਤੋਂ ਕਰਦੇ ਜਾਂਦੇ ਨੇ, ਸ਼ਬਦ ਰਸ ਮਾਣੇ ਜਾਂਦੇ ਨੇ, ਉਹਨੂੰ ਚੇਤਾ ਹੀ ਭੁੱਲ ਜਾਂਦਾ ਕਿ ਕਦੋਂ ਉੱਠਣਾ, ਕੀ ਕਰਨਾ ਹੈ। ਔਰ ਐਸੇ ਰਸਮਗਨ ਹੋਏ ਵਿਅਕਤੀਆਂ ਦੇ ਕਦੇ ਕਦੇ ਦਰਸ਼ਨ ਕਰੀਦੇ ਨੇ, ਉਹ ਘੰਟਿਆਂ ਬੱਧੀ ਇੱਕੋ ਹੀ ਕੰਮ ਕਰੀ ਜਾਂਦੇ ਨੇ। ਅਸੀਂ ਕਹਿੰਦੇ ਬੋਰ ਨਹੀਂ ਹੁੰਦੇ, ਨਹੀਂ ਹੁੰਦੇ। ਉਹਨਾਂ ਦੇ ਨੇੜੇ ਬੋਰੀਅਤ ਆਉਂਦੀ ਨਹੀਂ, ਕਿਉਂਕਿ ਉਹ ਰਸਮਗਨ ਨੇ। ਜਿੰਨਾ ਕਿਸੇ ਨੂੰ ਰਸ ਆ ਜਾਏਗਾ ਓਨੀ ਹੀ ਉਹਦੀ ਬੋਰੀਅਤ ਮਿਟ ਜਾਏਗੀ, ਔਰ ਓਨਾ ਹੀ ਉਹ ਚਿੱਤ ਲਾ ਕੇ ਆਪਣੇ ਕਰਤੱਵ ਨੂੰ ਨਿਭਾ ਰਿਹਾ ਹੋਵੇਗਾ। ਉਹ ਸੇਵਾ ਭਾਵੇਂ ਕਿਸੇ ਪੱਧਰ ਦੀ ਹੋਵੇ, ਭਾਵੇਂ ਇੱਥੇ ਪਾਣੀ ਢੋਣ ਦੀ ਹੋਵੇ, ਭਾਵੇਂ ਇੱਥੇ ਝਾੜੂ ਫੇਰਨ ਦੀ ਹੋਵੇ, ਭਾਵੇਂ ਪਾਠ ਕਰਨ ਦੀ ਹੋਵੇ, ਅਤੇ ਕਈ ਵਾਰ ਪਾਠ ਸੁਣਨ ਦੀ ਹੋਵੇ। ਕਈ ਵਾਰ ਸਮਾਗਮਾਂ 'ਚ ਅਸੀਂ ਵੱਡੀਆਂ ਥਾਵਾਂ 'ਤੇ ਦੇਖੇ ਹੈ, ਕਿਸੇ ਦੀ ਸੇਵਾ ਲੱਗਣੀ ਪਾਠ ਕਰਨਾ ਹੈ, ਕਿਸੇ ਦੀ ਸੇਵਾ ਲੱਗਣੀ ਪਾਠ ਸੁਣਨਾ ਹੈ। ਕਈ ਵਾਰ ਭਾਈ ਸਾਹਿਬ ਜੀ ਨੇ ਵਰਤਿਆਂ ਵੇਖਣਾ, ਜਿਹੜੇ ਵਿਅਕਤੀ ਬੜੇ ਤਿਆਰ ਹੋ ਕੇ ਘਰਾਂ ਤੋਂ ਆਉਂਦੇ ਸੀ, ਮੈਂ ਪਾਠ ਕਰੂੰ, ਉਹਨੂੰ ਕਹਿਣਾ ਨਹੀਂ ਤੂੰ ਕਰਨਾ ਨਹੀਂ, ਤੂੰ ਸੁਣਨਾ ਹੈ। ਅਤੇ ਜਿਹੜੇ ਹੁੰਦੇ ਸੀ ਨਹੀਂ ਮੈਥੋਂ ਕਰਨਾ ਨਹੀਂ, ਝਿਜਕ ਜੀ ਲੱਗਦੀ, ਕਹਿਣਾ ਤੂੰ ਕਰ। ਅਤੇ ਜਿਹੜਾ ਆਪਣੇ ਆਪ ਨੂੰ ਵੱਡਾ ਧੁਰੰਦਰ ਪਾਠੀ ਮੰਨਦਾ ਸੀ, ਕਹਿਣਾ ਬਹਿ ਕੇ ਸੁਣ। ਕਿਉਂਕਿ ਚੇਤਾ ਰੱਖਣਾ, ਜਿੰਨਾ ਆਪਣੇ ਆਪ ਨੂੰ ਵੱਡਾ ਪਾਠੀ ਮੰਨੇਗਾ ਨਾ, ਓਨਾ ਹੀ ਸੁਣਨਾ ਉਹਦੇ ਵਾਸਤੇ ਕਠਿਨ ਹੋ ਜਾਏਗਾ। ਔਰ ਅਸੀਂ ਸਾਰੇ ਜਾਣਦੇ ਹਾਂ, ਅਸੀਂ ਸੁਣਦੇ ਨਹੀਂ ਹਾਂ, ਸੁਣਨਾ ਸਾਡੇ 'ਚ ਬਹੁਤ ਮੁਕਤਾ ਹੈ, ਕਿਉਂਕਿ ਸੁਣਨਾ ਬੜੀ ਵੱਡੀ ਕਲਾ ਹੈ, ਬੜਾ ਵੱਡਾ ਮਿਹਨਤ ਹੈ। ਔਰ ਇਹੋ ਹੀ ਕਰ ਪਾਏਗਾ ਜਿਸ ਨੂੰ ਸੁਣਨ 'ਚ ਆਨੰਦ ਆਉਣ ਲੱਗ ਪਏਗਾ। ਮਹਾਰਾਜ ਨੇ ਸੂਤਰ ਦਿੱਤੇ ਨੇ, ਸੇਵਾ ਕਰਦੇ ਨੇ, ਉਹੀ ਸੇਵਕ ਸੇਵਾ ਕਰਦੇ ਨੇ, ਉਹੀ ਸੇਵਕ ਸੇਵਾ ਕਰਕੇ ਸਫਲਤਾਵਾਂ ਪ੍ਰਾਪਤ ਕਰਦੇ ਨੇ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਸ਼ਬਦ 'ਚੋਂ, ਗੁਰੂ ਦੇ ਹੁਕਮ 'ਚੋਂ ਆਨੰਦ ਆ ਗਿਆ। ਜਿਹੜੇ ਗੁਰੂ ਕੇ ਹੁਕਮ ਦੇ ਮਜਬੂਰੀ ਦੇ ਰੂਪ ਵਿੱਚ ਨਹੀਂ, ਖੁਸ਼ੀ ਅਤੇ ਪ੍ਰੇਮ ਨਾਲ ਸਵੀਕਾਰ ਕਰ ਰਹੇ, ਮੇਰੇ ਗੁਰੂ ਕਾ ਬਚਨ ਸੱਤ ਹੈ, ਮੇਰੇ ਗੁਰੂ ਕਾ ਹੁਕਮ ਹੈ ਘਰ ਅਤੇ ਕਰਦਾ ਹੈ ਮੇਰਾ। ਅਤੇ ਜਿਹਨੂੰ ਗੁਰੂ ਕੇ ਹੁਕਮ 'ਚ ਅਜੇ ਸੱਤ ਨਹੀਂ ਪ੍ਰਗਟ ਹੋਇਆ, ਰਸ ਨਹੀਂ ਆਇਆ, ਉਹ ਕਹਿੰਦਾ ਕੋਈ ਨਹੀਂ ਭਾਈ, ਗਲ ਪਿਆ ਢੋਲ ਵਜਾਣਾ ਹੀ ਪੈਣਾ, ਇੱਥੇ ਕਰਨਾ ਹੀ ਪੈਣਾ। ਪਰ ਨਹੀਂ, ਮਹਾਰਾਜ ਫਿਰ ਅੱਗੇ ਕੀ ਹੁੰਦਾ ਹੈ, ਕਿਉਂਕਿ ਜਿਨ੍ਹਾਂ ਨੂੰ ਗੁਰੂ ਸ਼ਬਦ ਵਿੱਚੋਂ ਰਸ ਆ ਜਾਂਦਾ ਹੈ ਅਤੇ ਸੇਵਾ 'ਚ ਜੁਟ ਜਾਂਦੇ ਨੇ, ਫਿਰ ਉਹਨਾਂ ਨੂੰ ਕੀ ਮਿਲਦਾ ਹੈ? ਕਿਉਂਕਿ ਗੁਰ ਕਿਰਪਾ 'ਤੇ ਨਿਰਮਲ ਹੋਆ। ਸੇਵਾ ਦੇ ਸਦਕੇ ਉਹਨਾਂ ਦਾ ਚਿੱਤ ਨਿਰਮਲ ਹੋਣ ਲੱਗ ਪੈਂਦਾ, ਕਿਉਂਕਿ ਗੁਰੂ ਸ਼ਬਦ ਦਾ ਜੋ ਰਸ ਹੈ ਨਾ, ਯਾਦ ਰੱਖਣਾ ਉਹੀ ਨਾਮ ਰਸ ਹੈ। ਅਸੀਂ ਕਦੇ ਕਦੇ ਭੁਲੇਖੇ 'ਚ ਪੈ ਜਾਂਦੇ ਹਾਂ ਵੀ ਭਾਈ ਕੀਰਤਨ ਹੋ ਰਿਹਾ ਅਤੇ ਨਾਮ ਜਪਾਉਣਾ ਵੱਖਰਾ ਰਹਿ ਗਿਆ, ਇਸ ਕਰਕੇ ਅਸੀਂ ਪਰਚੀਆਂ ਲਿਖ ਕੇ ਰੱਖ ਕੇ ਹੁੰਦੇ ਨੇ, ਭਾਈ ਨਾਮ ਜਪਾ ਦਿਓ, ਭਾਈ ਜਿਹੜਾ ਬਾਣੀ ਪੜ੍ਹ ਰਹੇ ਨੇ ਨਾ ਉਹੀ ਨਾਮ ਹੈ। ਨਾਮ ਕੋਈ ਵੱਖਰਾ ਜਾਪ ਨਹੀਂ ਗਾ, ਨਾਮ ਇੱਕ ਆਨੰਦ ਹੈ, ਨਾਮ ਇੱਕ ਰਸ ਹੈ। ਜੇ ਸੰਗੀਤਮਈ ਕੀਰਤਨ ਸੁਣ ਕੇ ਸਾਨੂੰ ਰਸ ਨਹੀਂ ਆਇਆ ਅਤੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਵੀ ਰਸ ਨਹੀਂ ਆਉਣਾ, ਕਿਉਂਕਿ ਉਹ ਤਾਂ ਉਹਨੇ ਫਿਰ ਕੀਰਤਨ ਸ਼ੁਰੂ ਕਰ ਦੇਣਾ ਵਾਹਿਗੁਰੂ ਦਾ। ਉਹਨੂੰ ਅੱਗੇ ਉਹ ਤੁਕਾਂ ਦੇ ਨਾਲ ਕੀਰਤਨ ਕਰਦਾ ਸੀ, ਕਿ ਸ਼ਬਦ ਨੂੰ ਵਾਹਿਗੁਰੂ, ਮਾਤਰਾ ਤਾਂ ਉਹੀ ਨੇ, ਸੁਰਾਂ ਤਾਂ ਉਹੀ ਨੇ, ਤਬਲਾ ਥਾਪ ਵੀ ਉਹੀ ਹੈ, ਵਿਅਕਤੀ ਵੀ ਉਹੀ ਹੈ, ਗਲਾ ਵੀ ਉਹੀ ਹੈ, ਲਏ ਸੁਰ ਤਾਲ ਵੀ ਉਹੀ ਹੈ, ਚੇਤਰਫੰਗ ਸ਼ਬਦ ਵੀ ਉਹੀ ਹੈ ਅਤੇ ਗੁਰੂ ਵੀ ਉਹੀ ਹੈ। ਰਸ ਤੇ ਸਾਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਪਤਾ ਨਹੀਂ, ਪਰ ਕੁਛ ਨਹੀਂ ਬਦਲਿਆ। ਇਸ ਕਰਕੇ ਜੋ ਹੋ ਰਿਹਾ ਹੋਵੇ ਉਹਦੇ 'ਚ ਆਨੰਦ ਮਾਣਨਾ ਸਿੱਖੀਏ। ਵਾਹਿਗੁਰੂ ਦਾ ਜਾਪ ਕਰਨਾ ਹੈ, ਮੁਬਾਰਕ ਹੈ, ਲੇਕਿਨ ਉਹ ਪਤਾ ਕਦੋਂ ਕਰਨਾ ਹੈ? ਜਦ ਅਸੀਂ ਇਕੱਲੇ ਬੈਠੇ ਹੋਈਏ, ਇਕਾਂਤ 'ਚ ਹੋਈਏ, ਨਿਜ ਅਭਿਆਸ 'ਚ ਹੋਈਏ, ਨਿਜ ਧਿਆਨ 'ਚ ਹੋਈਏ। ਆਉਂਦੇ ਜਾਂਦੇ ਤੁਰੇ ਜਾਂਦੇ ਹਾਂ ਭਾਈ, ਲਮੇਰੀ ਬਾਣੀ ਨਹੀਂ ਪੜ੍ਹ ਪਾ ਰਹੇ, ਕਿਤੇ ਸਫ਼ਰ ਕਰਦੇ ਹਾਂ, ਮੰਨ ਲਓ ਲਮੇਰੀ ਬਾਣੀ ਕੰਠ ਨਹੀਂ ਹੈ ਅਤੇ ਲਮੇਰੀ ਬਾਣੀ ਪੜ੍ਹੀ ਨਹੀਂ ਜਾ ਸਕਦੀ, ਆਲੇ ਦੁਆਲੇ ਦਾ ਮਾਹੌਲ ਐਸਾ ਹੈ, ਲਾਈਟ ਨਹੀਂ ਹੈ, ਕਈ ਪ੍ਰੋਬਲਮਸ ਹੁੰਦੀਆਂ ਨੇ ਕਈ ਵਾਰ, ਉਦੋਂ ਆਪਣਾ ਟਿਕਾ ਕੇ ਭਾਈ ਵਾਹਿਗੁਰੂ 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 ਜਾਪ ਕਰੋ ਨਾ।
ਜਾਂ ਭਾਈ ਅੰਮ੍ਰਿਤ ਵੇਲੇ ਉੱਠੇ ਹੋ ਅਤੇ ਤੁਸੀਂ ਬਹੁਤੀ ਲਾਈਟਾਂ ਆਦਿਕ ਨਹੀਂ ਜਗਾਉਣੀਆਂ, ਪਰਿਵਾਰ ਦੇ ਨਿੱਕੇ ਬਾਲ ਵਿਆਹਤੇ ਬਜ਼ੁਰਗ ਸੁੱਤੇ ਪਏ ਨੇ, ਉਹਨਾਂ ਨੂੰ ਵਿਸ਼ਰਾਮ 'ਚ ਰਹਿਣ ਦਿਓ। ਉੱਠ ਕੇ ਬੈਠੋ, ਇਸ਼ਨਾਨ ਪਾਨ ਕਰ ਸਕੇ, ਮੁਬਾਰਕ ਹੈ। ਮੂੰਹ ਹੱਥ ਧੋ ਬੈਠੇ, ਮੁਬਾਰਕ ਹੈ। ਕਿਤੇ ਟਿਕਾਣੇ ਨਿਕਰੇ ਬਹਿ ਜਾਓ, ਜਿੱਥੇ ਸ਼ਾਂਤ ਚਿੱਤ ਬਹਿ ਸਕੋ ਅਤੇ ਪ੍ਰੇਮ ਦੇ ਨਾਲ ਕਰਤੇ ਪੁਰਖ ਦੇ ਪਿਆਰ ਧਿਆਨ 'ਚ ਬੈਠ ਜਾਓ। ਉਦੋਂ ਬੜਾ ਆਰਾਮ ਦੇ ਨਾਲ ਸਵਾਸਾਂ ਦੀ ਗਤੀ ਦੇ ਨਾਲ ਵਾਹਿਗੁਰੂ ਜਾਪ ਕਰੋ। ਕੌਣ ਮਨਾ ਕਰਦਾ ਹੈ? ਪਰ ਇੰਨਾ ਉੱਚੀ ਉੱਚੀ ਬੋਲ ਕੇ ਮਤ ਕਰੋ ਕਿ ਆਸ-ਪਾਸ ਉੱਤੇ ਜੀ ਜਾਗਣ। ਅਸੀਂ ਸੋਚਦੇ ਸ਼ਾਇਦ ਇਹਦੇ ਕੰਨਾਂ 'ਚ ਆਵਾਜ਼ ਪਏਗੀ ਵੀ ਜਾਗ ਜੇਗਾ, ਬੜਾ ਵੱਡਾ ਪੁੰਨ ਹੈ। ਉਹ ਨਹੀਂ, ਪਤਾ ਨਹੀਂ ਕਿਹੜੇ ਆਨੰਦ ਵਿੱਚ। ਕਈ ਵਾਰ ਤਾਂ ਸਾਡੇ ਜਾਗਦਿਆਂ ਤੋਂ ਸੁੱਤਿਆ ਪਿਆ ਬਹੁਤਾ ਆਨੰਦ ਵਿੱਚ ਹੁੰਦਾ ਜੀ। ਜਾਗਣ ਤੇ ਸੁਪਨਾ ਭਲਾ, ਪਤਾ ਨਹੀਂ ਕਿਸ ਅਵਸਥਾ 'ਚ ਮੰਨ ਰਿਹਾ, ਸਾਡੇ ਤੋਂ ਗਹਿਰਾ ਉਤਰ ਗਿਆ ਹੋਵੇਗਾ। ਇਸ ਕਰਕੇ ਅਸੀਂ ਬਹੁਤੇ ਸਿਆਣੇ ਦਾਨੇ ਮਤ ਬਣੀਏ। ਸ਼ਬਦ ਦਾ ਰਸ ਮੰਨਣ ਵਾਸਤੇ ਆਪਣੇ ਆਪ ਨੂੰ ਆਪਣੇ ਦਾਇਰੇ ਵਿੱਚ ਰੱਖਣਾ ਸਿੱਖ ਲਈਏ। ਉਦੋਂ ਜਪੀ ਆਰਾਮ ਦੇ ਨਾਲ ਵਾਹਿਗੁਰੂ ਵਾਹਿਗੁਰੂ, ਕਾਰ ਵਿਹਾਰ ਕਰਨੇ ਨੇ ਵਾਹਿਗੁਰੂ ਵਾਹਿਗੁਰੂ। ਆ ਬਾਬਾ ਅਤਰ ਸਿੰਘ ਸਾਹਿਬ ਦੇ ਬਾਬਤ ਆਪਨੇ ਪੜ੍ਹਿਆ ਹੋਣਾ ਨਾ, ਕਿ ਪੈਦਲ ਚੱਲਦੇ ਸੀ ਅਤੇ ਵਾਹਿਗੁਰੂ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਆ ਸੈਰਾਂ ਕਰਦੇ ਹੋ, ਘਰਾਂ ਤੱਕ ਆਉਣਾ ਜਾਣਾ ਪੈਦਲ ਹੁੰਦਾ ਹੈ ਅਤੇ ਕੌਣ ਮਨਾ ਕਰਦਾ ਹੈ? ਇੱਕ ਪੈਰ ਚੁੱਕਿਆ ਸਤਿਨਾਮ, ਦੂਜਾ ਚੁੱਕਿਆ ਵਾਹਿਗੁਰੂ, ਇੱਕ ਪੈਰ ਚੁੱਕਿਆ। ਉਹ ਲੈਫਟ ਰਾਈਟ ਕਰਦੇ ਨਾ ਫੌਜੀ, ਲੈਫਟ ਰਾਈਟ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜਪਦੇ ਜਾਈਏ। ਅਭਿਆਸੀ ਸਿਖਾਉਂਦੇ ਨੇ ਸਵਾਸ ਅੰਦਰ ਆ ਰਿਹਾ ਹੈ, ਸਵਾਸ ਬਾਹਰ ਜਾ ਰਿਹਾ ਹੈ। ਇਹਦੇ ਨਾਲ ਜੁੜ ਲਓ ਆਪਣੇ ਆਪ ਨੂੰ। ਸਵਾਸ ਅੰਦਰ ਜਾ ਰਿਹਾ ਹੈ, ਸਤਿਨਾਮ ਵਾਹਿਗੁਰੂ ਦਾ ਜਾਪ ਜੋੜ ਲਓ, ਔਰ ਇਹਦੇ ਨਾਲ ਕਿਤੇ ਅਭਿਆਸ ਬਣ ਜਾਏ ਅਤੇ ਸਵਾਸਾਂ ਦੇ ਨਾਲ ਸਾਡੀ ਚੇਤਨਾ ਚੱਲ ਪਏਗੀ। ਫਿਰ ਨਲਕਾ ਜਿਵੇਂ ਬੋਕੀ ਚੱਲਦੀ ਸੀ ਨਾ ਪੁਰਾਣੀ, ਸਵਾਸ ਚੱਲਣਗੇ, ਇਸ ਤਰ੍ਹਾਂ ਸਾਡੇ ਅੰਦਰ ਇੱਕ ਨਲਕੇ ਦੀ ਬੋਕੀ ਵਾਂਗ ਚੱਲੇਗਾ, ਸਤਿਨਾਮ ਵਾਹਿਗੁਰੂ ਚੱਲੇਗਾ। ਅਭਿਆਸ ਕਰਨਾ ਪੈਣਾ, ਮਿਹਨਤ ਕਰਨੀ ਪੈਣੀ ਹੈ। ਨਤੀਜਾ ਕੀ ਮਿਲੇਗਾ? ਨਤੀਜਾ ਨਿਰਮਲਤਾ ਹੀ ਮਿਲੇਗੀ। ਭਾਵੇਂ ਸ਼ਬਦ ਪ੍ਰੇਮ ਨਾਲ ਕੋਈ ਗਾ ਲਵੇ, ਭਾਵੇਂ ਸੁਣ ਲਵੇ, ਭਾਵੇਂ ਕੀਰਤਨ ਰੂਪ ਗਾ ਲਵੇ। ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਪਾਇਆ, ਕਿਨ ਕਾ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿੰਨਾ ਚਿਰ ਸਤਿਗੁਰੂ ਕੀ ਆਗਿਆ ਨੂੰ ਨਹੀਂ ਮੰਨਿਆ, ਸਤਿਗੁਰੂ ਕੇ ਸ਼ਬਦ ਨੂੰ ਨਹੀਂ ਸੁਣਿਆ, ਉਹਨਾਂ ਚਿਰ ਇੱਥੇ ਹੱਥ ਜੁੜ ਕੇ ਖੜ੍ਹੇ ਹੋ, ਕਿਤੇ ਹੋਰ ਹੱਥ ਜੁੜ ਕੇ ਖੜ੍ਹੇ ਹੋ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਸੁਣਾ ਹੀ ਰਹੇ ਹਾਂ। ਅਸੀਂ ਉਦੋਂ ਜਿੱਥੇ ਮਰਜ਼ੀ ਹੱਥ ਜੁੜ ਕੇ ਖੜ੍ਹ ਜਾਓ, ਸੁਣਾ ਹੀ ਰਹੇ ਹਾਂ। ਅਸੀਂ ਸੁਣਨਾ ਸਿੱਖੀਏ। ਜਦੋਂ ਸੁਣਨਾ ਸਿੱਖਾਂਗੇ ਅਤੇ ਫਿਰ ਗੁਰ ਕਿਰਪਾ, ਅਤੇ ਫਿਰ ਗੁਰੂ ਕਿਰਪਾ। ਯਾਦ ਰੱਖਣਾ, ਜਿਸ ਦੀ ਗੱਲ ਨੂੰ ਸੁਣਾਂਗੇ ਨਾ, ਸੁੱਤੇ ਸੇ ਦੀ ਖੁਸ਼ੀ ਉਹਦੀ ਮਿਲਦੀ। ਘਰ ਪਰਿਵਾਰ 'ਚ ਵੇਖ ਲਓ, ਕਿਸੇ ਦੀ ਗੱਲ ਸੁਣ ਲਈਏ, ਅਗਲਾ ਥੋੜ੍ਹਾ ਜਿਹਾ ਤਾਂ ਖੁਸ਼ ਹੋ ਹੀ ਜਾਂਦਾ ਨਾ। ਆਪਣੇ ਪਰਿਵਾਰਾਂ 'ਚ ਦੇਖ ਲਈਏ, ਆਪਣੇ ਤੋਂ ਕੋਈ ਵੱਡਾ ਸੀਨੀਅਰ ਹੋਵੇ ਜਾਂ ਛੋਟਾ ਬਾਲਕਾ ਹੀ ਹੋਵੇ, ਅਸੀਂ ਉਹਦੀ ਗੱਲ ਕੀ ਸਾਂਭ ਸੁਣਾਵੇ, ਟਿਕ ਕੇ ਸੁਣ ਜਾਈਏ, ਉਹ ਖੁਸ਼ੀ ਨਾਲ ਸੁਣਾਉਂਦਾ। ਅਤੇ ਫਿਰ ਜੋ ਗੱਲ ਕੀ ਉਹ ਮੰਨਦਾ ਅਗਲਾ, ਕਿਉਂਕਿ ਉਹਦੇ ਚੇਤਨ 'ਚ ਹੁੰਦਾ ਵੀ ਮੇਰੀ ਗੱਲ ਸੁਣੀ ਤਾਂ ਸਹੀ ਇਹਨੇ, ਪੂਰੀ ਕਰਨੀ ਤਾਂ ਅਗਲੀ ਬਾਤ ਹੈ, ਲੇਕਿਨ ਸੁਣੀ ਤਾਂ, ਪਰ ਅਸੀਂ ਤਾਂ ਸੁਣਦੇ ਹੀ ਨਹੀਂ। ਸੁਣਨ ਦੀ ਆਦਤ ਪਾਈ ਆਪਣੇ ਪਰਿਵਾਰ ਦੇ ਜੀਆਂ ਦੀ ਵੀ, ਆਪਣੇ ਬੱਚਿਆਂ ਦੀ ਵੀ, ਆਪਣੇ ਤੋਂ ਵੱਡਿਆਂ ਦੀ ਵੀ, ਅਤੇ ਸੁਣਨ ਦੀ ਆਦਤ ਪਾਈ ਆਪਣੇ ਗੁਰੂ ਦੀ ਵੀ। ਔਰ ਜਿਹਨੂੰ ਆਦਤ ਪੈ ਜਾਏਗੀ ਉਹ ਸਭ ਦੀ ਸੁਣੇਗਾ, ਔਰ ਨਤੀਜਨ ਸਭ ਦੀ ਖੁਸ਼ੀ ਦਾ ਪਾਤਰ ਵੀ ਬਣ ਜਾਏਗਾ। ਅਤੇ ਸੁਣਨ ਦੇ ਨਾਲ ਨਿਰਮਲਤਾ ਮਿਲੇਗੀ। ਗੁਰ ਕਿਰਪਾ 'ਤੇ ਨਿਰਮਲ ਹੋਆ, ਨਿਰਮਲਤਾ ਪ੍ਰਾਪਤ ਹੋ ਜਾਏਗੀ। ਮਹਾਰਾਜ ਅਸੀਂ ਤਾਂ ਬੜਾ ਸੁਣਦੇ ਹਾਂ, ਅਸੀਂ ਤਾਂ ਬਹੁਤ ਸੁਣਦੇ ਹਾਂ, ਸਾਨੂੰ ਸਾਲ ਦਰ ਸਾਲ ਹੋ ਗਏ ਸੁਣਦੇ ਹਾਂ। ਮਹਾਰਾਜ ਕਹਿਣਗੇ ਫਿਰ ਕਿਤੇ ਕਮੀ ਰਹਿ ਗਈ। ਐਸਾ ਤਾਂ ਨਹੀਂ ਹੈ ਕਿ ਇਹ ਫਾਰਮੂਲਾ ਗਲਤ ਹੈ। ਅੱਜ ਜਿਵੇਂ ਅਸੀਂ ਕਿਸੇ ਵੈਦ ਕੋ, ਡਾਕਟਰ ਕੋ ਜਾਂਦੇ ਹਾਂ ਅਤੇ ਸਾਡਾ ਰੋਗ ਨਹੀਂ ਜਾ ਰਿਹਾ, ਅਸੀਂ ਕਈ ਵਾਰ ਡਾਕਟਰ ਕੋ ਜਾ ਚੁੱਕੇ, ਦਵਾਈ ਵੀ ਲਿਖਾਈ, ਲਿਆਂਦੀ ਵੀ, ਖਾਧੀ ਵੀ, ਪਰ ਰੋਗ ਨਹੀਂ ਗਿਆ। ਇਹਦਾ ਮਤਲਬ ਕਿਤੇ ਤੇ ਕੁਝ ਕਮੀ ਹੈ ਨਾ। ਦੁਨੀਆ ਦੇ ਵਿੱਚ ਹੋ ਸਕਦਾ ਵੀ ਡਾਕਟਰ ਦੀ ਦਵਾਈ ਕਮਜ਼ੋਰ ਹੈ, ਉਹਨੇ ਦਵਾਈ ਗਲਤ ਲਿਖਤੀ ਜਾਂ ਉਹ ਪਕੜ ਨਹੀਂ ਪਾਇਆ, ਪਰ ਇੱਥੇ ਤਾਂ ਐਸਾ ਕੁਛ ਨਹੀਂ ਨਾ। ਸਾਡਾ ਵੈਦ ਗੁਰੂ ਗੋਬਿੰਦਾ ਤੇ ਅਟਲ ਹੈ, ਅਚਲ ਹੈ। ਸਾਡਾ ਵੈਦ ਗੁਰੂ ਗੋਬਿੰਦਾ ਤੇ ਗਲਤ ਦਵਾਈ ਲਿਖਦਾ ਹੀ ਨਹੀਂ ਹੈ। ਫਿਰ ਕਮੀ ਕਿੱਥੇ ਹੈ? ਸਾਡੇ ਸੁਣਨ ਵਿੱਚ ਕਿਤੇ ਕਮੀ ਹੈ। ਕਾਰਨ ਕੀ ਹੈ? ਸਾਡੇ ਸੁਣਨ ਵਿੱਚ ਕੀ ਹੈ? ਮੈਂ ਸੁਣ ਰਿਹਾ ਹਾਂ, ਮੈਂ ਬੜਾ ਵੱਡਾ ਸਰੋਤਾ ਹਾਂ, ਮੈਂ ਬੜਾ ਵੱਡਾ ਕਥਾਵਾਚਕ ਹਾਂ, ਬੜਾ ਵੱਡਾ ਪਾਠੀ ਹਾਂ, ਮੈਂ ਸੁਣਦਾ। ਅਤੇ ਜਦੋਂ ਮੈਂ ਹਾਂ ਤਾਂ ਫਿਰ ਤੂੰ ਥੋੜ੍ਹਾ ਹੋਣਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਗੁਰੂ ਦੀ ਕਿਰਪਾ ਦੇ ਸਦਕੇ ਨਿਰਮਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ ਵਿੱਚੋਂ
ਆਪ ਗਵਾਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਆਪਣਤਵ ਦੇ ਇਸ ਭਾਵ ਨੂੰ ਤੋੜਿਆ। ਇੱਥੇ ਬੈਠ ਕੇ ਅਸਾਂ ਆਪਣੇ ਇਸ ਭਾਵ ਨੂੰ ਤੋੜਨਾ, ਜਿਸ ਨੂੰ ਗੁਰਬਾਣੀ ਸੂਖਸ਼ਮਤਾ ਅਹੰ ਭਾਵ ਕਿਹਾ ਜਾਂਦਾ। ਇਹ ਹੰਕਾਰ ਨਹੀਂ ਜੇ, ਯਾਦ ਰੱਖਣਾ, ਇਹ ਹੰਕਾਰ ਨਹੀਂ ਹੈ। ਹੰਕਾਰ ਇੱਥੋਂ ਅਲੱਗ ਹੁੰਦਾ ਹੈ। ਸਾਡੇ ਅੰਦਰ ਅਹੰਕਾਰ ਦੇ 3 ਸਰੂਪ ਵਰਤੇ ਜਾਂਦੇ ਨੇ। ਵਿਕਾਰ ਤੇ ਮੁੱਖ ਤਾਂ ਅਹੰਕਾਰ ਹੀ ਕਹਿੰਦੇ ਨਾ, ਪਰ ਅਹੰਕਾਰ ਦੇ ਇਹ 3 ਪੱਖ ਵਰਤੇ ਜਾਂਦੇ ਨੇ। ਉਹਦਾ ਬਹੁਤ ਸੂਖਸ਼ਮਤਾ, ਇੱਕ ਸਰੂਪ ਹੈ ਹਉਮੈ, ਇੱਕ ਸਰੂਪ ਹੈ ਆਹੰ। ਅੱਗੇ ਜਾ ਕੇ ਕਿਸ ਟੋਡੀ ਰਾਗ 'ਚ ਵਚਨ ਆਉਂਦਾ ਹੈ, ਉੱਥੇ ਸਪਸ਼ਟ ਕੀਤਾ ਗਿਆ ਕਿ ਇਹ ਅਹੰ ਜਿਹੜਾ ਪੱਖ ਹੁੰਦਾ ਹੈ ਨਾ, ਹੈ ਤੇ ਅਹੰਕਾਰ ਦਾ ਅਸੀਂ ਮੋਟੇ ਅਰਥਾਂ 'ਚ ਅਹੰਕਾਰ ਹੀ ਕਹਿ ਦੇਣੇ ਉਹਨੇ ਨੂੰ, ਪਰ ਇਹ ਅਹੰਕਾਰ ਤੋਂ ਸੂਖਸ਼ਮ ਹੈ। ਜਿੱਥੇ ਕਿਹਾ ਨਾ ਪੰਚ ਦੋਖ, 5 ਅਲੱਗ ਹੋ ਗਏ, ਤੇ ਫਿਰ ਕਹਿੰਦੇ ਅਹੰਗ ਰੋਗ, ਅਹੰਗ ਵੱਖਰਾ ਜੀ, ਉਹ ਅਹੰਗ ਹੈ ਜਿਹਨੂੰ ਅਸੀਂ ਕਦੇ ਕਦੇ ਮੈਂ ਆਪਣੇ ਨਿੱਜ ਦੀ ਭਾਵਨਾ ਲੈ ਕੇ ਬੈਠੇ ਹੁੰਦੇ ਹਾਂ। ਘਰਾਂ 'ਚ ਅਸੀਂ ਕਦੇ ਮੈਂ ਕਿੱਦਾਂ ਮੰਨ ਜਾਵਾਂ, ਆਪਾਂ ਕਰਦੇ ਨਾ, ਹੰਕਾਰੀ ਨਹੀਂ ਹੁੰਦਾ ਵਿਅਕਤੀ, ਪਰ ਕਹਿੰਦਾ ਮੰਨ ਕਿਵੇਂ ਜਾਵਾਂ, ਮੈਂ ਕਿੱਦਾਂ ਮੰਨ ਜਾ ਦੀ ਗੱਲ। ਉਹ ਮੈਂ ਜੋ ਹੈ ਨਾ, ਉਹ ਸਾਡਾ ਅਹੰਗ ਹੈ, ਸਾਡਾ ਮੈਂ ਦਾ ਨਿਜ ਤੱਤ ਹੈ, ਅਹੰਗ। ਮਹਾਰਾਜ ਕਹਿਣ ਲੱਗੇ ਜਿੰਨਾ ਚਿਰ ਤੇਰਾ ਉਹ ਨਹੀਂ ਜਾਂਦਾ ਨਾ, ਉਹਨਾਂ ਚਿਰ ਤੇਰੇ ਉੱਤੇ ਗੁਰੂ ਕੇ ਸ਼ਬਦ ਦਾ ਅਸਰ ਨਹੀਂ ਹੋਣਾ। ਜਿਵੇਂ ਅਸੀਂ ਦੇਖਿਆ ਨਾ, ਆ ਤਾਰਾਂ ਦੇ ਵਿੱਚ ਕਰੰਟ ਹੋਵੇ ਤੇ ਉੱਤੇ ਪਲਾਸਟਿਕ ਦਾ ਕਵਰ ਪਾ ਦਈਏ, ਹੁਣ ਕਰੰਟ ਨੁਕਸਾਨ ਨਹੀਂ ਕਰਦਾ, ਪਰ ਚੇਤਾ ਰੱਖਣਾ ਇਸੇ ਤਰ੍ਹਾਂ ਜਦੋਂ ਸਾਡੇ ਨਿਜ ਆਤਮ ਸਰੂਪ 'ਤੇ ਅਹੰਗ ਦਾ ਪਰਦਾ ਪੈ ਜਾਂਦਾ ਹੈ, ਤੇ ਗੁਰੂ ਕੇ ਸ਼ਬਦ ਦਾ ਅਸਰ ਵੀ ਉੱਤੇ ਨਹੀਂ ਜੇ ਕਰਦਾ। ਜਿਨ੍ਹਾਂ ਚਿਰ ਆਪਾ ਭਾਵ, ਜਿਹਨੂੰ ਹੋਂਦ ਵੀ ਕਹਿੰਦੇ ਨੇ ਗੁਰਬਾਣੀ 'ਚ, ਬਹੁਤ ਅੱਗੇ ਜਾ ਕੇ ਪਾਠ ਕਰਦਿਆਂ ਇੱਕ ਛੋਟਾ ਜਿਹਾ ਬਚਨ ਮਿਲੇਗਾ, ਜਿਸ ਜ਼ਿਕਰ ਹੈ ਹਉਮੈ ਦੇ ਇਸ ਸਰੂਪ ਦਾ, ਜਿਹਨੂੰ ਹੋਂਦ ਕਹਿੰਦੇ ਨੇ। ਜਗਤ ਗੁਰੂ ਨਾਨਕ ਸਾਹਿਬ ਦਾ ਆਪਣਾ ਬਚਨ ਹੈ, ਹੋਂਦਾ ਫੜੀ ਅਗ ਨਾਨਕ ਜਾਣ। ਜਿਸ ਨੇ ਵੀ ਆਪਣੀ ਹੋਂਦ ਬਣਾਈ, ਪਰਸਨੈਲਿਟੀ ਨੂੰ ਮੇਨਟੇਨ ਕਰ ਲਿਆ, ਮੈਂ ਹਾਂ ਜੀ, ਤੇ ਸਤਿਗੁਰੂ ਕਹਿਣਗੇ ਪਕੜਿਆ ਜਾਏਗਾ। ਅੱਜ ਵੇਖ ਨਾ ਚੋਰੀ ਕਰਦਾ ਪਕੜਿਆ ਜਾਏਗਾ, ਪਰ ਮਹਾਰਾਜ ਕਹਿੰਦੇ ਜਿਸ ਨੇ ਵੀ ਮੈਂ ਬਣਾ ਲਈ, ਮੈਂ ਹਾਂ, ਇਹ ਫੜਿਆ ਜਾਏਗਾ। ਹੋਂਦਾ ਫੜੀ ਅਗ ਨਾਨਕ ਜਾਣ। ਤੇ ਮਹਾਰਾਜ ਨੂੰ ਪੁੱਛੀ ਫਿਰ ਕੀ ਕਰੀਏ, ਕਹਿਣਗੇ ਨਾ ਹਾਉ ਨਾ ਮੈਂ ਜੂਨੀ ਪਾਣ। ਇਹ ਹਾਉ ਦਾ ਜੋ ਸਰੂਪ ਹੈ ਨਾ, ਅਹੰਗ, ਜੋ ਆਪਾ ਭਾਵ ਹੈ, ਮੈਂ ਹਾਂ। ਬੜਾ ਪਿਆਰਾ ਬਚਨ ਹੈ, ਹਮ ਜੋਗੀ ਸੰਨਿਆਸੀ, ਹਮ ਬੜ ਕਬ ਕੁਲੀਨ। ਅਸੀਂ ਬੜੇ, ਸਾਡਾ ਖਾਨਦਾਨ ਬੜਾ ਉੱਚਾ ਹੈ, ਅਸੀਂ ਬੜੇ ਵਿਦਵਾਨ, ਅਸੀਂ ਬੜੇ ਪੜ੍ਹੇ ਲਿਖੇ ਹਾਂ, ਅਸੀਂ ਕੁਲੀਨ ਹਾਂ। ਜਿੰਨਾ ਚਿਰ ਇਹ ਆਪਾ ਭਾਵ ਨਹੀਂ ਟੁੱਟਦਾ, ਉਹਨਾਂ ਚਿਰ ਨਿਰਮਲਤਾ ਨਹੀਂ ਜੇ ਮਿਲਣੀ। ਔਰ ਇਹੀ ਆਪਾ ਭਾਵ ਤੋੜਨਾ ਐਸਾ ਇੱਥੇ ਮਹਾਰਾਜ ਕਹਿਣ ਲੱਗੇ ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਆਪਾ ਭਾਵ ਮਿਟਾਉਣਾ ਪੈਣਾ। ਜਿਹੜਾ ਆਪਾ ਭਾਵ ਨੂੰ ਗਵਾ ਲੇਗਾ, ਜਿਹੜਾ ਕਹੇਗਾ ਨਹੀਂ ਮਹਾਰਾਜ ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਬਲ ਜਾਈ ਜਿਉ। ਜੋ ਕੀਤਾ ਕਰਨਾ ਸਰਬ ਰਜਾਈ। ਸਮਝ ਲਈਏ ਕਿਸ ਕੀਚੈ ਜੇ ਕਰ ਸਕੀਏ। ਜੋ ਕੀਤਾ ਕਰਨਾ ਕੀ ਹੈ, ਰਜ਼ਾਈ, ਰਜ਼ਾ ਵਿੱਚ ਹੋ ਰਿਹਾ। ਅਸੀਂ ਜੋ ਕੁਛ ਵੀ ਕਰੀਏ, ਕਥਾ ਕਰਦੇ ਹਾਂ ਜਾਂ ਕਥਾ ਸੁਣਦੇ ਹਾਂ, ਨਹੀਂ ਮਹਾਰਾਜ ਤੁਹਾਡੀ ਕਿਰਪਾ 'ਤੇ ਹੋ ਰਹੀ ਹੈ। ਕਥਾ ਹੁੰਦੀ ਵੀ ਤੁਹਾਡੀ ਕਿਰਪਾ 'ਤੇ ਹੈ, ਅਤੇ ਸੁਣਿਆ ਵੀ ਤੁਹਾਡੀ ਕਿਰਪਾ 'ਤੇ ਹੀ ਜਾਂਦਾ ਹੈ। ਜਿੰਨਾ ਚਿਰ ਤੁਹਾਡੀ ਸੂਖਸ਼ਮ ਕਿਰਪਾ ਨਹੀਂ ਵਰਤਦੀ, ਨਾ ਇੱਕ ਬੋਲ ਬੋਲਿਆ ਜਾ ਸਕਦਾ ਜੇ, ਅਤੇ ਨਾ ਇੱਕ ਬੋਲ ਸੁਣਿਆ ਜਾ ਸਕਦਾ ਜੇ। ਪਾਤਸ਼ਾਹ ਦਸ਼ਮੇਸ਼ ਦਾ ਕਿਤਨਾ ਪਿਆਰਾ ਸਰੂਪ ਸਮਝ ਸਕੀਏ। ਭੰਗਾਣੀ ਦਾ ਜੰਗ ਜਿੱਤ ਕੇ ਆਏ, ਚੜ੍ਹਦੀ ਉਮਰ ਹੈ, ਜਵਾਨੀ ਦੀ ਉਮਰ ਹੈ, ਵੱਡੀ ਫਤਿਹ ਹਾਸਲ ਕੀਤੀ ਹੈ। ਦੁਨੀਆਵੀ ਰਾਜਾ ਕੋਈ ਹੁੰਦਾ ਤੇ ਆਪਣੇ ਨਾਮ ਦੇ ਨਗਾੜੇ ਵਜਾਉਂਦਾ, ਪਰ ਦਸ਼ਮੇਸ਼ ਕਹਿੰਦੇ ਨੇ ਹਾਂ ਜਿੱਤ ਤੇ ਸਾਨੂੰ ਹੀ ਮਿਲੀ ਹੈ, ਭਈ ਜੀਤ ਮੇਰੀ। ਪਰ ਹੋਇਆ ਕੀ, ਕਿਰਪਾ ਅਕਾਲ ਕਰੀ, ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਪਾ 'ਤੇ ਹੀ ਸਭ ਕੁਛ ਹੋਇਆ ਹੈ। ਸਾਨੂੰ ਵੀ ਜੋ ਕੁਛ ਮਿਲੇ, ਜੋ ਮਿਲ ਰਿਹਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ 'ਤੇ ਮਿਲ ਰਿਹਾ। ਆਪਾ ਭਾਵ ਹੌਲੀ ਹੌਲੀ ਮਿਟੇਗਾ, ਫਿਰ ਕੀ ਹੋਏਗਾ? ਜਦੋਂ ਆਪਾ ਭਾਵ ਮਿਟੇਗਾ, ਫਿਰ ਅਗਲੀ ਤੀਜੀ ਪੜਾਅ ਮਿਲੇਗਾ, ਅਨ ਦਿਨ ਗੁਣ ਗਾਵਹਿ ਨਿਤ ਸਾਚੇ। ਜਿਉਂ-ਜਿਉਂ ਕਿਸੇ ਦਾ ਆਪਾ ਭਾਵ ਟੁੱਟੇਗਾ, ਫਿਰ ਉਹਦਾ ਸੁੱਤੇ ਸਹਿਦ ਹੀ ਗੁਣ ਗਾਵਣਾ ਆਰੰਭ ਹੋ ਜਾਏਗਾ। ਪਿੱਛੇ ਇੱਕ ਵਚਨ ਸਾਨੂੰ ਸੀ ਨਾ ਪਹਿਲੇ ਪਾਤਸ਼ਾਹ, ਗਾਵਣਾ ਇੱਕ ਕਲਾ ਹੈ। ਕਦੋਂ ਗਾਵਿਆ ਜਾਏਗਾ? ਜਦੋਂ ਭਾਵਾਂਗੇ ਉਸ ਨੂੰ। ਜਿੰਨਾ ਚਿਰ ਅਸੀਂ ਉਸ ਰਹੱਸਵਾਦ ਕਲਤਾ ਪੁਖ ਵਾਹਿਗੁਰੂ ਜੀ ਨੂੰ ਭਾਉਂਦੇ ਨਹੀਂ, ਉਹਨਾਂ ਚਿਰ ਸੁੱਤੇ ਸਿੱਧ ਸਾਨੂੰ ਇਹ ਗਾਵਣਾ ਨਹੀਂ ਮਿਲੇਗਾ। ਉਹਨਾਂ ਚਿਰ ਕੀ ਹੋਏਗਾ? ਉਹਨਾਂ ਚਿਰ ਗਾਵਾਂਗੇ,
पर किसी विਉਂਤਬੰਦੀ करके, किसी प्रोफेशन करके, किसी जरूरत करके, किसी मजबूरी करके, किसी लालच करके। आ बहुत सारे लोग गाउंदे ने, आ गवैये गाउंदे, क्षमा करना, बहुत सारे कीर्तनीय गाउंदे ने, पर प्रेम करके बहुत घट गाउंदे ने। प्रोफेशन है, ड्यूटी है, गाउणा है। पर कदे आपने वेखिया होवे कुछ ऐसे रागी जिन्हां दी ड्यूटी ना भी होवे ते फिर भी गा रहे होण? सुनिया है ऐसा ने, वडेरियां ने शायद उन्हां दे बारे ज़्यादा सुनिया होवे। साडे राग विद्या जे कलात्मक रागियां दे विचों एक नाम होया भाई हीरा सिंह जी, वडेरियां च एक नाम है। जिस दिन आसा की वार की सेवा ना हुंदी, ड्यूटी ना हुंदी, कीर्तन दुनियावी तौर पर शब्द की भी अज दरबार च उन्हां दी आसा की वार की ड्यूटी नहीं है, अज किसी होर जथे ने कीर्तन करना है, तो कीर्तन तो सुनन बहते उदन वो सुनन बह जाते। पर असीं देखिया उन्होंने किते दूजा सुनता वेख्या जे कदे अज तक? अज जिन्नी कुछ उम्र मेरी तो मेरे तो ज़्यादा तुहाडे बजुर्गों की बैठिया देखी होएगी, एक जत्थे नूं दूसरा जत्था बैठ के सुनता कदे देखिया जे? क्योंकि सब प्रोफेशन च गा रहे हैं। उन्हों दे बारे सुनिया कि आसा की वार दे कीर्तन तो पहला अद्धा पौना घंटा वाजा लैके एकांत बैठ जाते तो गाउंदे। ठीक है, हुण एकांत हो जे खुले मंडल नहीं गे, ना वड्डे विहड़े ने, ना खुलियां छत्तां ने, ना बाहर खुली दरावां ने, पर उदों माहौल सी। हुण भी हो सकता है, हुण साडे कमरे सैपरेट हो गए ने, हुण साडे फिर एकांत वध जांदा है। जो कोई करना चाहे तो सब कुछ मिल जाता है, पर गाउंदे ने। पर जब गाउंदे ने तो फिर नतीजन असीं अज तक उन्हां दा नाम भी ते लैंदे आ। उन्हां तो बाद ते उन्हां तो पहलां ते उन्हां दे आले दुआले कितने होर गवैये गुरबाणी के रागी हो गए होणगे, कौन जानता है। पर भाई हीरा सिंह का नाम लोग अज भी उन्हां दे नावां ते किताबां लिखियां जा रही ने, क्योंकि उन्होंने गावे है तो इस गावन कला नूं पा लिया उन्होंने। जा तिस भावां तद ही गावां। गुरुदेव किरपा करन असीं उसनूं समर्पित करी। महाराज सानूं ये बख्शिश कर जिन्हां दा ये अंदरूनी मैं दा पक्ष टुट जाण लगे, कदे अपने आप नूं देखना। जे सुते सिद्ध ही साडा किते गुरबाणी दी कोई तिक गुणगुणाउण नूं चित करदा है ना, तो समझना साडा अज उन्हें समय लई इस आपे दा जो विकर्क पक्ष है वो कमज़ोर हो रहा है, वो पक्ष कमज़ोर हो रहा है। हाँ ठीक है, एक सानू पता होंदा भी हाँ सानू वड्डियां दस्सिया नितनेम करना है तो करना है जी, असीं बद्धे उरुदी बैठे हुंदे आ, मजबूरी च कर रहे हुंदे आ। कदे करिए मजबूरी तो बिना, बद्धे रुद्धे नहीं। अज चित करदा है गाउण नूं बह जाइए, सफ़र करदे 10-50 मिनट आउंदे जांदे हैं ना, इत्थों लैके घर तक 10-15 मिनट आउंदे जांदे हो कि आउंदियां जांदियां कदे किसी तुक नूं मस्ती च गुनगुनाया जे, खुशी दे नाल, चित चाह के नहीं, अपने आप चित करे गुणगुणाउण नूं भगत करते हैं। हुंदा उन्हां दा पता कदों हुंदा जदों आपा भाव टुट, साडा भी जदों टुटेगा ना, एक कड़ टुटेगा जिन्होंने होमे का कड़ कहते हैं, टुटेगा तो सुते सिद्ध साडे अंदरों गुरबाणी गाउण नूं चित करेगा, गावांगे। और यही एक निशानी है, क्योंकि अन दिन गुण गावहें नित साचे, वो फिर हर रोज़ गाउंदे ने, हर वेले। सानू हुक्म है दिन राती आराधो प्यारो, दिन रात आराधना करी जो। वो पढ़िया होना, 2 बार पढ़ते हो ना, नितनेम दे विच भी कीर्तन दे विच भी, गावहें तुहनूं गावण तुध नूं पाउण पाणी बैसंतर, सब गा रहे ने, सब गाउंदे ने। और इत्थों तक मने जाता है, जो बोलत है मृग मीन पंखेरू, सो बिन हर जापत है नहीं होर। सिमर है धरती और आकाशा, सिमरे चंद सूर गुणतासा, लता बली शाख सब सिमर है, सब गाउंदे ने, सब गा रहे ने, सब सुना रहे ने। गुरुदेव किरपा करन किते साडे अंदर दा भी ये हंकार पक्ष टुट जाए तो असीं भी गाउणा शुरू कर दईए। अन दिन गुण गावह नित साचे, कदों होएगा महाराज, फिर की होएगा? कहने गुरु का शब्द सुहाया, तो जदों गुरु का शब्द चित करके गाएगा ना, तो गुरु के शब्द सदके ही सोहना लगेगा। एक बड़ा प्यारा बचन है, असीं दुनियावी तरीके नाल सोहणे बनने वास्ते तमाम इंतजामात करते हैं, प्रसाधन वरतते हैं, चंगे कपड़े पाउने आ, तैयार बर तैयार होने आ। पर एक पासे एक होर पक्ष भी है, भगत तेरे मन भावंदे, दर सोहन कीरत गावंदे। कोई भगत तेरे दर ते बैठा होया टलियां वजा रहा है, तेरे दर ते बैठा वाहिगुरू वाहिगुरू, कोई प्रेम की धुन गा रहा है, तो तरह सानू वो सोहना लगा कि नहीं लगा पता नहीं, पर गुरु नूं बड़ा चंगा लगता है।
ਗੁਰੂ ਨੂੰ ਚੰਗਾ ਲੱਗਦਾ ਜਦੋਂ ਪ੍ਰੇਮ ਦੇ ਨਾਲ ਕੋਈ ਗਾਉਂਦਾ। ਗੁਰਦੇਵ ਕਿਰਪਾ ਕਰਨ ਅਸੀਂ ਇੱਕ ਤੁਕ, ਇੱਕ ਪੌੜੀ, ਇੱਕ ਸ਼ਾਇਦ ਇਸੇ ਕਲਕ ਨਾਨਕ ਲਿਖਿਆ ਇੱਕ ਗੱਲ ਜਿਤਨਾ ਵੀ ਹੋ ਸਕੇ ਕਰ ਸਕੀਏ। ਕੀ ਕਰੀਏ ਫਿਰ? ਅਰਦਾਸ ਕਿਵੇਂ ਕਰੀਏ? ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਹਾਰੀ। ਕਿਤੇ ਸਾਡੇ ਅੰਦਰ ਵੀ ਟੁੱਟ ਕੇ ਭਾਵ ਨਿਕਲ ਸਕੇ, ਹੇ ਸੱਚੇ ਪਾਤਸ਼ਾਹ ਅਸੀਂ ਤੇ ਬਾਲਕ ਹੈ। ਅਸੀਂ ਕਹਿੰਦੇ ਹਾਂ ਇਸ ਨੂੰ ਕਿਤੇ ਆਪਣੇ ਨਾਲ ਹੰਕਾਰ ਟੁੱਟ ਕੇ ਕਹਿ ਸਕੀਏ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਹਰੀ ਕਿਰਪਾ ਮਹਿ ਸੁਖ ਕਨੇਰੇ। ਕਿਤੇ ਇਹ ਪ੍ਰੇਮ ਦੇ ਵਿੱਚ ਸਾਡੇ ਤੋਂ ਗਾਇਆ ਜਾ ਸਕੇ। ਹਮ ਬਾਰਕ ਸ਼ਰਨ ਤੁਮਹਾਰੀ, ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਹਾਰੀ। ਇਹਨੂੰ ਕਿਤੇ ਗਾ ਕੇ ਦੇਖਣਾ ਤੁਸੀਂ। ਇਸੇ ਨੂੰ ਸਾਧਨਾ ਕਹਿੰਦੇ ਨੇ। ਸਾਧਨਾ ਹੋਰ ਕੋਈ ਵੱਖਰੀ ਥੋੜ੍ਹਾ। ਇੱਕ ਹੀ ਪੱਖ 'ਤੇ, ਇੱਕ ਹੀ ਵਿਚਾਰ 'ਤੇ, ਇੱਕ ਹੀ ਤੁਕ 'ਤੇ ਇੰਨਾ ਟਿਕ ਜਾਣਾ ਕਿ ਉਹਦੇ 'ਚੋਂ ਹੌਲੀ ਹੌਲੀ ਰਸ ਆਉਣ ਲੱਗ ਪਏ। ਸਾਡੇ ਤੇ ਕੀਰਤਨੀਆਂ ਕਿਤੇ 2-4 ਵਾਰ ਇੱਕ ਤੁਕ ਰਿਪੀਟ ਕਰ ਲਏ, ਅਸੀਂ ਕਹਿੰਦੇ ਨੇ ਅੱਗੇ ਚਲੋ, ਅੱਗੇ ਚਲੋ। ਰਸ ਹੀ ਉਹਦੇ ਵਿੱਚ ਹੈ। ਬਾਰੰਬਾਰ ਬਾਰ ਪ੍ਰਭ ਜਪੀਏ। ਕਿੰਨਾ ਜਪਣਾ ਚਾਹੀਦਾ ਹੈ? ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ, ਲੱਖ 20 ਲੱਖ, ਲੱਖ ਗੇੜਾ ਆਖੀਏ। ਇੱਕ ਹੀ ਸ਼ਬਦ ਨੂੰ ਬਾਰ 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 ਬਾਰੰਬਾਰ ਬਾਰ ਪ੍ਰਭ ਜਪੀਏ। ਪੀ ਅੰਮ੍ਰਿਤ ਬਾਰ 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 ਜਪਾਂਗੇ ਤੇ ਚੋਂ ਕੁਛ ਮਿਲੇਗਾ, ਅੰਮ੍ਰਿਤ ਪ੍ਰਾਪਤ ਹੋਏਗਾ। ਅਭਿਆਸੀ ਮੰਨਦੇ ਨੇ, ਜਿਹਨਾਂ ਮਨੋਵਿਗਿਆਨ ਪੜ੍ਹਿਆ। ਆ ਨਿੱਕੇ ਨਿੱਕੇ ਬਾਲਕਾਂ ਨੂੰ ਅੰਗੂਠਾ ਚੂਟਣ ਸੰਧੀ ਆਦਤ ਪੈ ਜਾਂਦੀ ਹੈ। ਅੰਗੂਠੇ 'ਚੋਂ ਕੋਈ ਦੁੱਧ ਥੋੜ੍ਹਾ ਮਿਲਦਾ ਹੈ, ਇੱਕ ਰਸ ਮਿਲਦਾ ਹੈ। ਜਦ ਕਿ ਅੰਗੂਠੇ 'ਚ ਕੋਈ ਰਸ ਹੈ ਨਹੀਂ, ਪਰ ਉਹਨਾਂ ਨੂੰ ਮਿਲਦਾ ਹੈ। ਔਰ ਬੜੇ ਵੱਡੀਆਂ ਉਮਰਾਂ ਤੱਕ ਦੇਖਿਆ ਕਈਆਂ ਨੂੰ ਆਦਤ ਹੈ। ਕਿਉਂ? ਇੱਕ ਰਸ ਮਿਲਦਾ ਹੈ। ਉਹਦੇ 'ਚ ਅੰਗੂਠੇ 'ਚ ਕੋਈ ਰਸ ਨਹੀਂ ਹੈ, ਉਹਦੇ ਬਾਰ ਬਾਰ ਤੇ ਚੂਸਣ ਵਿੱਚ ਰਸ ਹੈ। ਪਸ਼ੂਆਂ ਨੂੰ ਵੇਖੇ ਪੱਥਰ ਦੀ ਸ਼ਿਲਾ ਚੱਟਦੇ ਆ। ਅੱਜ ਜਿਨ੍ਹਾਂ ਨੇ ਪਸ਼ੂ ਪਾਲੇ ਨੇ, ਹੁਣ ਤਾਂ ਚਲੋ ਸਿਲਸਿਲੇ ਖਤਮ ਹੋਇਆ ਪਿਆ, ਨਹੀਂ ਤਾਂ ਜਿਨ੍ਹਾਂ ਪਸ਼ੂ ਪਾਲੇ ਨੇ, ਆਬਾਦ 'ਚ ਦੇਖਿਆ ਲੱਕੜ ਦੀਆਂ ਖੁਰਲੀਆਂ ਬਣਨੀਆਂ, ਸੀਮੈਂਟ ਦੀਆਂ ਖੁਰਲੀਆਂ ਬਣਦੀਆਂ ਦੇਖੀਆਂ ਨੇ। ਪਸ਼ੂਆਂ ਨੂੰ ਪੱਠੇ ਪਾਉਣੇ, ਉਹ ਪੱਠੇ ਖਾਣ ਤੋਂ ਬਾਅਦ ਸੀਮੈਂਟ ਦੀ ਖੁਰਲੀ ਚੱਟ ਰਿਹਾ, ਉਹ ਲੱਕੜ ਦੀ ਖੁਰਲੀ ਚੱਟੀ ਜਾ ਰਿਹਾ। ਕਿਉਂ? ਬਾਰੰਬਾਰ ਭਾਵੇਂ ਕੁਛ ਵੀ ਕਰੋ, ਕਿਸੇ ਕਰਤੱਵ ਨੂੰ ਬਾਰ ਬਾਰ ਕਰਾਂਗੇ, ਉਹਦੇ 'ਚ ਇੱਕ ਆਪਣਾ ਸਵਾਦ ਪੈਦਾ। ਅਤੇ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਕਰਾਂਗੇ, ਗੁਰਬਾਣੀ ਬਾਰ ਬਾਰ ਪੜ੍ਹਾਂਗੇ, ਇਹਦੇ 'ਚ ਇੱਕ ਰਸ ਨਹੀਂ ਆਏਗਾ। ਇਹ 'ਚ ਤਾਂ ਕਹਿੰਦੇ ਨੇ ਰਸ ਪਾਇਆ ਹੋਏ, ਰਸ ਹੈ, ਰਸ ਭਿੰਨਾ ਹੈ ਹੋਏਗਾ। ਕਰ ਸਕੀਏ ਕਿਤੇ ਹਮ ਬਾਰਕ ਸ਼ਰਨ ਤੁਮਹਾਰੀ। ਅਤੇ ਕਹੀਏ ਕਿ ਏਕੋ ਸੱਚਾ ਸੱਚ ਤੂੰ। ਕਿਤੇ ਇਸ ਨੂੰ ਗਾ ਕੇ ਦੇਖਣਾ, ਪੜ੍ਹ ਕੇ। ਏਕੋ ਸੱਚਾ ਸੱਚ ਤੂੰ ਵਾਹਿਗੁਰੂ, ਏਕੋ ਸੱਚਾ ਸੱਚ ਤੂੰ ਵਾਹਿਗੁਰੂ, ਏਕੋ ਸੱਚਾ ਸੱਚ ਤੂੰ ਵਾਹਿਗੁਰੂ। ਇਸ ਨੂੰ ਸਾਧਨਾ ਦੇ ਰੂਪ 'ਚ ਕਿਤ ਕੇ ਬੈਠ ਕੇ ਦੇਖਣਾ, ਇੱਕ ਆਨੰਦ ਆਪਣਾ ਸਰੂਰ ਬਣੇਗਾ। ਸਿਆਣੇ ਕਹਿੰਦੇ ਨੇ, ਜਿਨ੍ਹਾਂ ਨੇ ਕਰਤੱਵ ਗਾਏ ਨੇ, ਜਦੋਂ ਧਿਆਨ ਟਿਕਾ ਕੇ ਲਗਭਗ 6 ਮਿੰਟ ਤੱਕ ਅਸੀਂ ਇਸੇ ਤਰ੍ਹਾਂ ਇੱਕ ਤੁਕ ਨੂੰ ਹੀ ਗਾਉਣ ਲੱਗ ਪਾਂਗੇ ਨਾ, ਅਤੇ ਸਾਡੇ ਆਲੇ ਦੁਆਲੇ ਉਹਦੀ ਤਰੰਗਾਂ ਦਾ ਇੱਕ ਘੇਰਾ ਬਣ ਜਾਏਗਾ। ਔਰ ਕਿ ਤਰੰਗਾਂ ਦਾ ਘੇਰਾ ਫਿਰ ਸਾਡੇ ਆਪਣੇ ਆਨੰਦ ਬਣਾ ਦੇਗਾ, ਹਿਲੋਰੇ ਬਣਾ ਦੇਗਾ। ਏਕੋ ਸੱਚਾ ਸੱਚ ਤੂੰ ਵਾਹਿਗੁਰੂ, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਵਾਹਿਗੁਰੂ, ਤੂੰ ਕੇਵਲ ਆਪ ਮੁਰਾਰੀ। हे सच्चे पातशाह, तू ही तू है, सब किश तू है मेरे प्यारे, तेरी कुदरत को बल जाई जियो। इसे करके भगत तो जिधर देखते ने उधर तू ही तू नज़र आउण लग पैंदा। और तद ही हुंदा जदों रस बन लग पैंदा। भगत नामदेव ने, भगत कबीर साहब ने, भगत रविदास साहब ने, जिधर देखते तू ही तू नज़र आउंदा है। असीं कहने भाई कन्हैया साहब जी ने, जिधर देखते तू ही तू नज़र आउंदा है। बाबा बुढ़ा साहब जी ने नेत्र बंद करते हैं, सामने गुरु नानक नज़र आउण लग पैंदे ने। नेत्र खोलते हैं तो कार विहार संसार है, नेत्र बंद करते हैं तो गुरु नानक है। गुरुदेव किरपा करन कि साडा हो सके, साडे अंदर दा अहंग, साडे अंदर दा मैं, ये पक्ष टुट सके, तो सानू भी ये भाव आ सके, एको सच्चा सच तू केवल आप मुरारी। हे सच्चे पातशाह, तेरे तो बिना कुछ है ही नहीं। तिलंग राग च बड़ी प्यारी गल कही है, तुझ बिन दूजा ना ही कोई, तू करतार करहें सो होए, तेरा जोर तेरी मन टेक, सदा सदा जप नानक। ये कितनक वचन प्रवान करना, कुल चुक दी खिमा, आसीस ते प्यार देने फतेह बुलावना। वाहिगुरू जी का खालसा, वाहिगुरू जी।